ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਨਾਲ ਰਿਲੇਟਡ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦਾ ਕਿ ਕੱਲ ਇੱਕ ਵੱਡਾ ਟਵੀਟ ਆਇਆ। ਸੋ ਟਵੀਟ ਦੇ ਵਿੱਚ ਇੱਕ ਵਾਰ ਫਿਰ ਤੋਂ ਉਹਨਾਂ ਨੇ ਨਿਸ਼ਾਨਾ ਬੰਨਿਆ ਕਾਂਗਰਸ ਸਰਕਾਰ ਦੇ ਉੱਪਰ ਤੇ ਨਾਲ ਹੀ ਨਾਲ ਭਾਜਪਾ ਦੀ ਹਾਮੀ ਦੇ ਵਿੱਚ ਹਾਮੀ ਭਰਦੇ ਨਜ਼ਰ ਆਏ ਨੇ। ਕਿਸ ਤਰ੍ਹਾਂ ਦਾ ਉਹ ਟਵੀਟ ਹੈ ਉਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਸੁਪਰੀਮ ਕੋਰਟ ਦੇ ਰੁਖ ਦੀ। ਕੱਲ ਪੋਲਿਊਸ਼ਨ ਨੂੰ ਲੈ ਕੇ ਇੱਕ ਵੱਡੇ ਆਦੇਸ਼ ਸੁਪਰੀਮ ਕੋਰਟ ਵੱਲੋਂ ਆਲੇ ਦਾਲੇ ਦੇ ਜੋ ਸੂਬੇ ਨੇ ਉਹਨਾਂ ਲਈ ਜਾਰੀ ਕੀਤੇ ਗਏ ਨੇ, ਟਿੱਪਣੀਆਂ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਦੇ ਵੱਲੋਂ। ਕੀ ਟਿੱਪਣੀਆਂ ਨੇ ਉਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਗੇ ਝਟਕੇ ਦੀ। ਕੱਲ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਜਦੋਂ ਕਿ ਇੱਕ ਵੱਡੇ ਚਿਹਰੇ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਬਿਲਕੁਲ ਤਿਆਰ ਬੈਠੇ ਸੀ। ਆਪਣੇ ਦਫ਼ਤਰ ਦੇ ਵਿੱਚ ਸੁਖਬੀਰ ਬਾਦਲ ਵੀ ਪੁੱਜ ਚੁੱਕੇ ਸੀ, ਲੇਕਿਨ ਐਨ ਮੌਕੇ ਤੇ ਉਹਨਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਕਿਸ ਤਰ੍ਹਾਂ ਦਾ ਉਹ ਝਟਕਾ ਉਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਡਾਕਟਰ ਸਾਹਿਬ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। बहुत बहुत शुक्रिया, मेहरबानी, धन्यवाद मान साहब। ਸੋ ਸਰ ਖਬਰਾਂ ਤਾਂ ਤਿੰਨੋਂ ਅਹਿਮ ਨੇ, ਲੇਕਿਨ ਜੋ ਸਭ ਤੋਂ ਵੱਡੀ ਅਹਿਮ ਖਬਰ ਹੈ ਤੇ ਸਾਡੇ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੀ ਹੈ ਉਹ ਖਬਰ ਦੇ ਨਾਲ ਸ਼ੁਰੂਆਤ ਕਰਾਂਗੇ ਪ੍ਰੋਗਰਾਮ ਦੀ, ਇਹ ਖਬਰ ਸਵੇਰ ਪ੍ਰੋਗਰਾਮ ਦੀ। ਸੋ ਗੱਲਬਾਤ ਕਰਾਂਗੇ ਸੁਪਰੀਮ ਕੋਰਟ ਦੀ। ਸੁਪਰੀਮ ਕੋਰਟ ਨੇ ਪੋਲਿਊਸ਼ਨ ਨੂੰ ਲੈ ਕੇ ਕੱਲ ਇੱਕ ਵੱਡੇ ਆਦੇਸ਼ ਦਿੱਤੇ ਨੇ ਨੇੜੇ ਦੇ ਜਿੰਨੇ ਵੀ ਸੂਬੇ ਨੇ। ਸੋ ਮੁੱਖ ਮੰਤਰੀ ਦੀ ਮੀਟਿੰਗ ਬੁਲਾਉਣ ਦਾ ਸੱਦਾ ਵੀ ਦਿੱਤਾ ਹੈ। ਪੋਲਿਊਸ਼ਨ ਨੂੰ ਲੈ ਕੇ ਬਹੁਤ ਸਖਤ ਟਿੱਪਣੀਆਂ ਕੱਲ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਨੇ ਕਿਉਂਕਿ ਦਿੱਲੀ ਦੇ ਵਿੱਚ ਪੋਲਿਊਸ਼ਨ ਦਾ ਸਤਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਕਿਸ ਤਰ੍ਹਾਂ ਦੇਖ ਰਹੇ ਹੋ ਸੁਪਰੀਮ ਕੋਰਟ ਦੀ ਇਸ ਭੂਮਿਕਾ ਨੂੰ ਤੇ ਜਿਸ ਤਰ੍ਹਾਂ ਉਹਨਾਂ ਨੇ ਟਿੱਪਣੀਆਂ ਕੀਤੀਆਂ ਨੇ, ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਪੋਲਿਊਸ਼ਨ ਦੇ ਉੱਪਰ ਕਾਬੂ ਪਾਇਆ ਜਾ ਸਕੇਗਾ ਜਾਂ ਫਿਰ ਪੋਲਿਊਸ਼ਨ ਦੇ ਨਾਲ ਦਿੱਲੀ ਵਾਸੀ ਦੋ ਹੱਥ ਹੁੰਦੇ ਰਹਿੰਦੇ ਰਹਿਣਗੇ? ਕਿਵੇਂ ਦੇਖ ਰਹੇ ਹੋ जी मान साहब, देखो ਜਿਹੜੇ ਪੋਲਿਊਸ਼ਨ ਦਾ ਮਸਲਾ ਹੈ ਇਹ ਪੂਰੀ ਆਪਾਂ ਕਹਿ ਸਕਦੇ ਕਿ ਦੁਨੀਆ ਦੇ ਲਈ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ ਔਰ ਪਿਛਲੇ ਲੰਮੇ ਸਮੇਂ ਤੋਂ ਹਰ ਸਾਲ ਵੱਖ-ਵੱਖ ਮੁਲਕ ਜਿਹੜੇ ਨੇ ਇਕੱਠੇ ਹੁੰਦੇ ਨੇ ਔਰ ਪੋਲਿਊਸ਼ਨ ਦੇ ਬਾਰੇ ਬਾਰ-ਬਾਰ ਜਿਹੜੀ ਹੈਗੀ ਹੈ ਗੱਲਬਾਤ ਹੁੰਦੀ ਹੈ, ਪਰ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੈ। ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਹਰ ਸਾਲ ਸੁਪਰੀਮ ਕੋਰਟ ਇਹਨਾਂ ਦਿਨਾਂ ਦੇ ਵਿੱਚ ਟਿੱਪਣੀਆਂ ਕਰਦੀ ਹੈ, ਪਰ ਜਿਹੜੀਆਂ ਨੇ ਟਿੱਪਣੀਆਂ ਸਿਰਫ ਟਿੱਪਣੀਆਂ ਰਹਿ ਜਾਂਦੀਆਂ ਨੇ, ਉਹਦੇ ਉੱਤੇ ਅਮਲ ਕੋਈ ਨਹੀਂ ਹੁੰਦਾ। ਸੋ ਇਹੀ ਗੱਲ ਹੁਣ ਹੋ ਰਹੀ ਹੈ। ਜਿਵੇਂ ਤੁਸੀਂ ਦੱਸਿਆ ਹੈ ਕਿ ਸੁਪਰੀਮ ਕੋਰਟ ਨੇ ਕੱਲ ਜਿਹੜੀਆਂ ਨੇ ਬਹੁਤ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਔਰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਦਾਂ ਦੇ ਪੋਲਿਊਸ਼ਨ ਦੇ ਵਿੱਚ ਲੋਕ ਕੀ ਜ਼ਿੰਦਾ ਰਹਿ ਸਕਦੇ ਆ ਜਾਂ ਨਹੀਂ ਰਹਿ ਸਕਦੇ। ਇੱਕ ਵੱਡਾ ਸਵਾਲ ਸੁਪਰੀਮ ਕੋਰਟ ਨੇ ਆਮ ਲੋਕਾਂ ਦੇ ਉੱਤੇ, ਸਰਕਾਰਾਂ ਦੇ ਉੱਤੇ ਚੁੱਕਿਆ ਹੈ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਸੁਪਰੀਮ ਕੋਰਟ ਇਹ ਸਾਰੀ ਚੀਜ਼ ਨੂੰ ਸਮਝਣਾ ਚਾਹੁੰਦੀ ਹੈ। ਉਹ ਇਹ ਵੀ ਕਹਿਣਾ ਚਾਹੁੰਦੀ ਹੈ ਕਿ ਸਿਰਫ ਇਹ ਕਹਿ ਕੇ ਕਿ ਫੈਸ਼ਨ ਵਾਂਗ ਕਿ ਸਾਰੀਆਂ ਚੀਜ਼ਾਂ ਕਿਸਾਨਾਂ ਕਰਕੇ ਹੋ ਰਹੀਆਂ ਨੇ ਔਰ ਕਿਸਾਨ ਕਿਉਂਕਿ ਹਮੇਸ਼ਾ ਜਿਹੜੀਆਂ ਸਰਕਾਰਾਂ ਨੇ ਇੱਕ ਦੂਜੇ ਉੱਤੇ ਦੋਸ਼ ਲਾਉਂਦੀਆਂ ਰਹੀਆਂ ਨੇ ਕਿ ਇਹ ਸਾਰੀਆਂ, ਜੇ ਕੋਈ ਕਹਿੰਦਾ ਕਿ ਪੰਜਾਬ ਵਾਲੇ ਕਹਿੰਦੇ ਨੇ ਕਿ ਹਰਿਆਣੇ ਚੋਂ ਆ ਰਿਹਾ, ਹਰਿਆਣੇ ਵਾਲੇ ਕਹਿੰਦਾ ਕਿ ਪੰਜਾਬ ਚੋਂ ਆ ਰਿਹਾ, ਦਿੱਲੀ ਵਾਲੇ ਕਹਿੰਦੇ ਨੇ ਕਿ ਪੰਜਾਬ ਹਰਿਆਣੇ ਚੋਂ ਸਾਰਾ ਧੂਆਂ ਆ ਰਿਹਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਸਰਕਾਰਾਂ ਨੇ ਇੱਕ ਦੂਜੇ ਦੇ ਉੱਤੇ ਦੋਸ਼ ਸੁੱਟਦੀਆਂ ਨੇ ਪਰ ਇਹਦਾ ਹੱਲ ਕੋਈ ਨਹੀਂ ਕੱਢਦੀਆਂ, ਕਿਉਂਕਿ ਜਿੰਨੀ ਦੇਰ ਇਸ ਸਾਰੀ ਚੀਜ਼ ਦਾ, ਚਾਹੇ ਉਹ ਪਰਾਲੀ ਸਾੜਨ ਦਾ, ਚਾਹੇ ਹੋਰ ਬਾਕੀ ਜਿਹੜੀਆਂ ਪੋਲਿਊਸ਼ਨ ਫੈਲਾਉਣ ਵਾਲੀਆਂ ਚੀਜ਼ਾਂ ਨੇ, ਉਹਦਾ ਹੱਲ ਜਿੰਨੀ ਦੇਰ ਨਹੀਂ ਲੱਭਿਆ ਜਾਂਦਾ ਉਨੀ ਦੇਰ ਇਹ ਮਸਲਾ ਜਿਹੜਾ ਹੈਗਾ ਲਟਕਦਾ ਰਹੇਗਾ। ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਬਹਿਸ ਚੱਲ ਰਹੀ ਸੀਗੀ ਤਾਂ ਕਿਸਾਨ ਜਥੇਬੰਦੀਆਂ ਨੇ ਵੀ ਇਹ ਗੱਲ ਕਹੀ ਸੀਗੀ ਕਿ ਤੁਸੀਂ ਸਾਨੂੰ ਪੈਸੇ ਦਿਓ, ਤੁਸੀਂ ਸਾਨੂੰ ਪਰ ਕੁਆਂਟਲ ਜਿਹੜਾ ਹੈਗਾ 100 ਰੁਪਇਆ ਇਹਦੇ ਵਿੱਚ ਐਡ ਕਰੋ ਜੀਰੀ ਦੇ ਵਿੱਚ, ਤਾਂ ਕਿ ਅਸੀਂ ਸਾਡੀ ਜ਼ਿੰਮੇਵਾਰੀ ਹੋਏਗੀ ਔਰ ਅਸੀਂ ਤੁਹਾਨੂੰ ਬਿਲਕੁਲ ਇਹ ਅੱਗਾਂ ਨਹੀਂ ਲਾਵਾਂਗੇ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਜਿਹੜੇ ਨੇ ਉਹਨਾਂ ਦੀ ਕੋਈ ਇਹ ਨਹੀਂ ਕਿ ਉਹ ਸ਼ੌਕ ਨਾਲ ਇਹ ਅੱਗਾਂ ਲਾਉਂਦੇ ਨੇ, ਉਹ ਉਹਨਾਂ ਦੀ ਮਜਬੂਰੀ ਹੈ ਔਰ ਇਸ ਕਰਕੇ ਆਪਣੀ ਮਜਬੂਰੀ ਕਰਕੇ, ਕਿਉਂਕਿ 75% ਤੋਂ ਉੱਪਰ ਜਿਹੜਾ ਪੰਜਾਬ ਦਾ ਜਾਂ ਹਰਿਆਣੇ ਦਾ ਕਿਸਾਨ ਹੈ ਉਹ 2-2.5 ਏਕੜ ਤੋਂ ਥੱਲੇ ਦਾ ਕਿਸਾਨ ਹੈ। ਔਰ ਜੇਕਰ ਆਪਾਂ ਉਸ ਗਰੀਬ ਕਿਸਾਨ ਨੂੰ 2.5 ਏਕੜ ਤੋਂ ਥੱਲੇ ਵਾਲੇ ਕਿਸਾਨ ਨੂੰ ਇਹ ਕਵਾਂਗੇ ਕਿ ਤੁਸੀਂ ਮਹਿੰਗੀ ਮਸ਼ੀਨਰੀ ਲੈ ਲਓ, ਮਹਿੰਗੇ ਟਰੈਕਟਰ ਖਰੀਦ ਲਓ ਤਾਂ ਕਿ ਤੁਸੀਂ ਇਹਦੇ ਉੱਤੇ ਕਾਬੂ ਪਾ ਸਕੋ, ਇਹ ਕਦੇ ਵੀ ਸੰਭਵ ਨਹੀਂ ਹੋ ਸਕਦਾ। ਸੋ ਇਸ ਕਰਕੇ ਸਰਕਾਰਾਂ ਨੂੰ ਇਹਦੇ ਵਿੱਚ ਇੰਟਰਵੀਨ ਕਰਨਾ ਪਏਗਾ, ਸਸਤੀ ਮਸ਼ੀਨਰੀ ਮੁਹੱਈਆ ਕਰਨੀ ਪਏਗੀ ਜਾਂ ਇਹਦਾ ਕੋਈ ਹੋਰ ਹੱਲ ਜਿਹੜਾ ਹੈਗਾ ਸਰਕਾਰਾਂ ਨੂੰ ਲੱਭਣਾ ਪਏਗਾ। ਔਰ ਸਭ ਤੋਂ ਵੱਡਾ ਹੱਲ ਇਹ ਹੈ
ਮਾਨ ਸਾਹਿਬ ਕਿ ਜਿਹੜਾ ਦੋ ਫਸਲੀ ਚੱਕਰ ਹੈ ਕਿ ਝੋਨਾ ਤੇ ਕਣਕ ਵਾਲਾ, ਉਸ ਤੋਂ ਵੀ ਜਿਹੜਾ ਹੈਗਾ ਛੁਟਕਾਰਾ ਪਾਉਣ ਦੀ ਲੋੜ ਹੈ। ਉਹ ਤਾਂ ਹੀ ਪਾਇਆ ਜਾ ਸਕਦਾ ਹੈ ਜੇਕਰ ਸਰਕਾਰੀ ਮੰਡੀਆਂ ਜ਼ਿੰਦਾ ਰਹਿਣਗੀਆਂ, ਜੇਕਰ ਸਰਕਾਰੀ ਮੰਡੀਆਂ ਉਹਨਾਂ ਨੂੰ ਵਧਾਇਆ ਜਾਏਗਾ। MSP ਤੇ ਦੂਜੀਆਂ ਜਿਹੜੀਆਂ ਫਸਲਾਂ ਨੇ, ਬਾਕੀ ਫਸਲਾਂ ਨੇ 22-23 ਫਸਲਾਂ ਜਿਹੜੀਆਂ ਕਹੀਆਂ ਜਾਂਦੀਆਂ ਨੇ ਕਿ ਅਸੀਂ ਖਰੀਦਣਾ ਚਾਹੁੰਦੀਆਂ ਨੇ ਸਰਕਾਰਾਂ, ਉਹ ਸਰਕਾਰਾਂ ਜਿਹੜੀਆਂ ਨੇ ਫਸਲਾਂ ਚੁੱਕਣ ਔਰ ਉਹਦੇ ਵਿੱਚ ਕਿਸਾਨਾਂ ਨੂੰ ਜਿਹੜਾ ਹੈਗਾ ਮੁਨਾਫਾ ਹੋਵੇ। ਸੋ ਫਿਰ ਤਾਂ ਆਪਾਂ ਕਹਿ ਸਕਦੇ ਹਾਂ ਕਿ ਹੱਲ ਨਿਕਲ ਸਕਦਾ ਹੈ। ਜੇਕਰ ਇਦਾਂ ਹੀ ਇੱਕ ਦੂਜੇ ਉੱਤੇ ਜ਼ਿੰਮੇਵਾਰੀ ਸੁੱਟ ਕੇ ਇਹ ਜਿਹੜੀਆਂ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਇਦਾਂ ਹੀ ਕੰਮ ਆਪਣਾ ਸਾਰਦੀਆਂ ਰਹਿਣਗੀਆਂ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਇਦਾਂ ਦਾ ਪੋਲਿਊਸ਼ਨ ਜਿਹੜਾ ਹੈਗਾ ਹੋਰ ਵਧੇਗਾ। ਔਰ ਸਿਰਫ ਇਹੀ ਨਹੀਂ, ਆਪਾਂ ਸਾਰੇ ਜਾਣਦੇ ਹਾਂ ਕਿ ਚਾਹੇ ਦਿੱਲੀ ਹੈ, ਚਾਹੇ ਉਹ ਹਰਿਆਣਾ ਹੈ, ਚਾਹੇ ਪੰਜਾਬ ਹੈ ਜਾਂ ਕੋਈ ਹੋਰ ਸਟੇਟਾਂ ਨੇ, ਉਹਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਕਾਰਾਂ ਦੀ ਤਾਦਾਦ ਵੱਧ ਰਹੀ ਹੈ, ਮੋਟਰਸਾਈਕਲਾਂ ਦੀ ਤਾਦਾਦ ਵੱਧ ਰਹੀ ਹੈ, ਜਾਂ ਹੋਰ ਜਿਹੜੇ ਇਦਾਂ ਦੇ ਵਹੀਕਲ ਨੇ ਉਹਨਾਂ ਦੀ ਤਾਦਾਦ ਵੱਧ ਰਹੀ ਹੈ। ਔਰ ਇਹੀ ਕੰਪਨੀਆਂ ਜਿਹੜੀਆਂ ਨੇ, ਕਾਰਾਂ ਵੇਚਣ ਵਾਲੀਆਂ ਕੰਪਨੀਆਂ, ਸਕੂਟਰ ਮੋਟਰਸਾਈਕਲ ਵੇਚਣ ਵਾਲੀਆਂ ਕੰਪਨੀਆਂ ਲਗਾਤਾਰ ਮੁਨਾਫਾ ਕਮਾ ਰਹੀਆਂ ਨੇ, ਧੜਾ-ਧੜ ਵੇਚ ਰਹੀਆਂ ਨੇ ਸਮਾਨ। ਸੋ ਉਹਦੇ ਨਾਲ ਵੀ ਪੋਲਿਊਸ਼ਨ ਫੈਲਦਾ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕਾਰਨ ਨੇ ਪੋਲਿਊਸ਼ਨ ਫੈਲਾਉਣ ਦੇ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹਦਾ ਦੋਸ਼ ਸਿਰਫ ਕਿਸਾਨਾਂ ਨੂੰ ਨਹੀਂ ਦੇਣਾ ਚਾਹੀਦਾ, ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ। ਸਰਕਾਰਾਂ ਵੀ ਇਹਦੇ ਲਈ ਜ਼ਿੰਮੇਵਾਰ ਨੇ, ਕਿਉਂਕਿ ਕੇਂਦਰ ਸਰਕਾਰ ਇੱਕ ਪਾਸੇ ਇਹ ਕਹਿਣਾ ਚਾਹੁੰਦੀ ਹੈ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ, ਅਸੀਂ ਕਿਸਾਨਾਂ ਦੀ ਆਮਦਨ ਵਧਾਉਣਾ ਚਾਹੁੰਦੇ ਹਾਂ, ਪਰ ਦੂਜੇ ਪਾਸੇ ਜਿਹੜੇ ਕਾਰਨ ਨੇ ਪੋਲਿਊਸ਼ਨ ਫੈਲਾਉਣ ਦੇ, ਉਹਦੇ ਲਈ ਵੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਕਿਸਾਨ, ਜਿਹੜੇ ਗਰੀਬ ਕਿਸਾਨ ਨੇ, ਮਧਲੇ ਕਿਸਾਨ ਨੇ, ਉਹਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ ਔਰ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਪਰ ਏਕੜ ਦਿੰਨੇ ਆ। 3000 ਰੁਪਇਆ ਮੰਗ ਕੀਤੀ ਹੈ ਕਿਸਾਨਾਂ ਨੇ ਕਿ ਤੁਸੀਂ 3000 ਰੁਪਇਆ ਪਰ ਏਕੜ ਸਾਨੂੰ ਦਿਓ, ਅਸੀਂ ਆਪਣੇ ਆਪ ਇਹਦਾ ਹੱਲ ਕਰਾਂਗੇ। ਸੋ ਮੇਰਾ ਮਤਲਬ ਹੈ ਕਿ ਜੇਕਰ ਸਰਕਾਰਾਂ ਸੀਰੀਅਸ ਨੇ, ਜੇਕਰ ਸਰਕਾਰਾਂ ਸੁਪਰੀਮ ਕੋਰਟ ਦਾ ਕਹਿਣਾ ਮੰਨਣਾ ਚਾਹੁੰਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਪੈਸੇ ਖਰਚਣੇ ਹੋਣਗੇ ਔਰ ਕਿਸਾਨਾਂ ਨੂੰ, ਔਰ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀਆਂ ਮੋਟਰ ਸਾਈਕਲ ਵੇਚਣ ਵਾਲੀਆਂ, ਕਾਰਾਂ ਵੇਚਣ ਵਾਲੀਆਂ, ਸਕੂਟਰ ਵੇਚਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ, ਮਲਟੀਨੇਸ਼ਨਲ ਕੰਪਨੀਆਂ, ਉਹਨਾਂ ਦੇ ਉੱਤੇ ਵੀ ਕੰਟਰੋਲ ਕਰਨਾ ਪਏਗਾ। ਔਰ ਇਸੇ ਤਰ੍ਹਾਂ ਜਿਹੜੀ ਪਬਲਿਕ ਟਰਾਂਸਪੋਰਟ ਹੈ ਉਹਨੂੰ ਡਿਵੈਲਪ ਕਰਨਾ ਪਏਗਾ। ਵਿਸ਼ੇਸ਼ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਚਾਹੇ ਉਹ ਦਿੱਲੀ ਦੇ ਵਿੱਚ ਪਬਲਿਕ ਟਰਾਂਸਪੋਰਟ ਹੈ, ਚਾਹੇ ਪੰਜਾਬ ਦੇ ਵਿੱਚ, ਚਾਹੇ ਹਰਿਆਣੇ ਦੇ ਵਿੱਚ ਜਾਂ ਬਾਕੀ ਸਟੇਟਾਂ ਦੇ ਵਿੱਚ, ਜਿੰਨੀ ਦੇਰ ਤੁਸੀਂ ਪਬਲਿਕ ਟਰਾਂਸਪੋਰਟ ਨੂੰ ਡਿਵੈਲਪ ਨਹੀਂ ਕਰਦੇ ਉਨੀ ਦੇਰ ਲੋਕ ਕਾਰਾਂ ਤੋਂ, ਮੋਟਰਸਾਈਕਲਾਂ ਤੋਂ ਖਹਿੜਾ ਨਹੀਂ ਛੁਡਾਉਣਗੇ। ਔਰ ਕਿਉਂਕਿ ਮਜਬੂਰੀ ਹੈ, ਆਪਾਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਮੈਟਰੋ ਜ਼ਰੂਰ ਚੱਲਦੀ ਹੈ, ਪਰ ਮੈਟਰੋ ਹਜੇ ਕਾਫੀ ਨਹੀਂ ਹੈ ਕਿ ਮੈਟਰੋ ਦੇ ਨਾਲ ਤੁਸੀਂ ਇਕੱਲੀ ਡਿਵੈਲਪ ਕਰ ਲੋਗੇ ਔਰ ਪੋਲਿਊਸ਼ਨ ਤੋਂ ਬਚ ਜਾਓਗੇ। ਤੁਹਾਨੂੰ ਨਾਲ ਪਬਲਿਕ ਟਰਾਂਸਪੋਰਟ ਬੱਸਾਂ ਦੇ ਵਿੱਚ ਵੀ ਡਿਵੈਲਪ ਕਰਨੀ ਪਏਗੀ। ਹੋਰ ਜਿਹੜੇ ਨੇ ਬੜੇ ਤਰੀਕੇ ਲੱਭ ਸਕਦੇ ਨੇ। ਸੋ ਜੇਕਰ ਸਰਕਾਰਾਂ ਦੀ ਨੀਤ ਔਰ ਨੀਤੀ ਸਾਫ਼ ਹੈ ਤਾਂ ਲਾਜ਼ਮੀ ਤੌਰ ਤੇ ਪੋਲਿਊਸ਼ਨ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ, ਪੋਲਿਊਸ਼ਨ ਤੋਂ ਬਚਿਆ ਜਾ ਸਕਦਾ ਹੈ। ਜੇ ਸਰਕਾਰਾਂ ਨਹੀਂ ਚਾਹਣਗੀਆਂ ਕਿ ਇਦਾਂ ਹੀ ਇੱਕ ਦੂਜੇ ਦੇ ਉੱਤੇ ਜ਼ਿੰਮੇਵਾਰੀ ਸੁੱਟ ਕੇ ਇਦਾਂ ਟਾਈਮ ਪਾਸ ਕਰਨਾ ਚਾਹੁੰਦੀਆਂ ਨੇ, ਔਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਲੋਕ ਮਰ ਰਹੇ ਨੇ ਪੋਲਿਊਸ਼ਨ ਦੇ ਕਰਕੇ, ਲੋਕ ਵਿਚਾਰੇ ਬਿਮਾਰ ਹੋ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਕਰੋਨਾ ਦਾ ਦੌਰ ਸੀਗਾ, ਉਸ ਵੇਲੇ ਵੀ ਬਹੁਤ ਵੱਡਾ ਮੁੱਦਾ ਜਿਹੜਾ ਸੀਗਾ ਪੋਲਿਊਸ਼ਨ ਦਾ ਭਖਿਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਨੂੰ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ, ਚਾਹੇ ਉਹ ਸਟੇਟ ਦੀਆਂ ਸਰਕਾਰਾਂ ਨੇ, ਚਾਹੇ ਉਹ ਸੈਂਟਰ ਦੀਆਂ ਸਰਕਾਰਾਂ ਨੇ। ਇਹਨਾਂ ਨੂੰ ਕਿਉਂਕਿ ਅਸੀਂ ਇਸੇ ਸਮਾਜ ਦੇ ਵਿੱਚ ਰਹਿਣਾ ਹੈ, ਇਸੇ ਸਿਸਟਮ ਦੇ ਵਿੱਚ ਰਹਿਣਾ ਹੈ, ਇੱਥੋਂ ਹੀ ਅਸੀਂ ਸਾਹ ਲੈਣਾ ਹੈ, ਇੱਥੋਂ ਹੀ ਅਸੀਂ ਆਕਸੀਜਨ ਲੈਣੀ ਹੈ। ਜੇ ਸਾਡੀ ਆਕਸੀਜਨ ਲੈਣੀ ਬੰਦ ਹੋ ਗਈ, ਜੇ ਸਾਡਾ ਸਾਹ ਲੈਣਾ ਰੁਕ ਗਿਆ ਤਾਂ ਲਾਜ਼ਮੀ ਤੌਰ ਤੇ ਇਸ ਮੁਲਕ ਦੇ ਵਿੱਚ ਰਹਿਣਾ ਬਹੁਤ ਔਖਾ ਹੋ ਜਾਏਗਾ। ਸੋ ਇਹੀ ਕਾਰਨ ਹੈ ਕਿ ਅੱਜ ਇਹ ਮੁਲਕ ਜਿਹੜਾ ਹੈਗਾ ਰਹਿਣ ਦੇ ਯੋਗ ਨਹੀਂ ਰਿਹਾ, ਔਰ ਇਸੇ ਕਰਕੇ ਲੋਕ ਜਿਹੜੇ ਨੇ ਇੱਥੋਂ ਛੱਡ ਕੇ ਜਾ ਰਹੇ ਨੇ। ਔਰ ਚਾਹੇ ਕੋਈ ਵੀ ਪੱਖ ਦੇਖ ਲਓ, ਸੁਪਰੀਮ ਕੋਰਟ ਦੀਆਂ ਜਿੰਨੀਆਂ ਵੀ ਪਿਛਲੇ ਦਿਨਾਂ ਦੇ ਵਿੱਚ ਬਿਆਨ ਹੋਏ ਨੇ, ਬਿਆਨ ਉਹਨਾਂ ਨੇ ਦਿੱਤੇ ਨੇ, ਉਹੀ ਨੇ ਕਿ ਇਹਨਾਂ ਮੁਲਕਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਸਾਡੇ ਮੁਲਕ ਦੀਆਂ, ਉਹ ਸੀਰੀਅਸ ਨਹੀਂ ਹੈਗੀਆਂ, ਉਹ ਇਹਨਾਂ ਮੁੱਦਿਆਂ ਦੇ ਉੱਤੇ ਗੰਭੀਰਤਾ ਨਾਲ ਇਹਨਾਂ ਨੂੰ ਨਹੀਂ ਲੈ ਰਹੀਆਂ। ਮਾਨ ਸਾਹਿਬ, ਸੋ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਵੀ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਨੇ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਕੁਝ ਅਹਿਮ ਫੈਸਲੇ ਲੈਣਗੀਆਂ ਤੇ ਕਿਸਾਨਾਂ ਦੀ ਮਦਦ ਕਰਨਗੀਆਂ, ਜਿਨ੍ਹਾਂ ਨੂੰ ਕਿ ਮੇਨ ਜ਼ਿੰਮੇਵਾਰ ਮੰਨਿਆ ਜਾਂਦਾ ਇਸ ਪੋਲਿਊਸ਼ਨ ਦੇ ਲਈ।
ਸੋ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਫੈਸਲੇ, ਵੱਡੀਆਂ ਨੀਤੀਆਂ ਬਣ ਸਕਦੀਆਂ ਨੇ, ਜਿੱਤੋਂ ਕਿ ਪੂਰਾ ਦੇਸ਼ ਪੀੜਤ ਹੈ ਉਸ ਵਾਤਾਵਰਣ ਤੋਂ, ਉਸ ਪੋਲਿਊਸ਼ਨ ਤੋਂ, ਉਹਦੇ ਉੱਪਰ ਕੰਟਰੋਲ ਪਾਇਆ ਜਾ ਸਕੇ। ਸੋ ਹੁਣ ਆਪਾਂ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਜਿਨ੍ਹਾਂ ਨੇ ਕਿ ਕੱਲ ਇੱਕ ਵੱਡਾ ਟਵੀਟ ਕੀਤਾ ਸੀਗਾ BSF ਦੇ ਅਧਿਕਾਰ ਖੇਤਰ ਨੂੰ ਲੈ ਕੇ, ਜਿੱਥੇ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਬਾਕੀ ਸਾਰੀਆਂ ਪਾਰਟੀਆਂ ਇਕਜੁੱਟ ਹੁੰਦੀਆਂ ਦਿਖਾਈ ਦਿੱਤੀਆਂ ਕਿ BSF ਦਾ ਅਧਿਕਾਰ ਖੇਤਰ ਵਧਣਾ ਨਹੀਂ ਚਾਹੀਦਾ, ਉਹਦੇ ਵਿਰੁੱਧ ਮਤਾ ਆਇਆ। ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਪੱਖ ਵਿੱਚ ਕੱਲ ਵੱਡਾ ਟਵੀਟ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਕੋਈ ਸੰਘੀ ਢਾਂਚੇ ਨੂੰ ਢਾਹ ਨਹੀਂ, ਇਹ ਹੋਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਦੇਸ਼ ਦੀ ਸੁਰੱਖਿਆ ਵੱਧਦੀ ਹੈ। ਸੋ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਪੰਜਾਬ ਪੁਲਿਸ ਦਾ ਦਾਇਰਾ ਸੀਮਿਤ ਨਹੀਂ ਹੋਏਗਾ, ਤੇ ਉਹ ਪੱਖ ਦੇ ਵਿੱਚ ਬੋਲਦੇ ਨਜ਼ਰ ਆਏ ਨੇ, ਜਦੋਂ ਕਿ ਸਾਰੀਆਂ ਪਾਰਟੀਆਂ ਉਹਦੇ ਵਿਰੁੱਧ ਬੋਲਦੇ ਨਜ਼ਰ ਆਈਆਂ ਨੇ। ਕਿਵੇਂ ਦੇਖ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਦੇ ਇਸ ਟਵੀਟ ਨੂੰ? ਜੀ ਮਾਨ ਸਾਹਿਬ, ਦੇਖੋ ਕੈਪਟਨ ਸਾਹਿਬ ਹਮੇਸ਼ਾ ਹੀ ਪੰਜਾਬ ਦੇ ਵਿਰੋਧ ਦੇ ਵਿੱਚ, ਪੰਜਾਬੀਆਂ ਦੇ ਵਿਰੋਧ ਦੇ ਵਿੱਚ ਖੜੇ ਨਜ਼ਰ ਆਏ ਨੇ ਔਰ BJP ਦੇ ਪੱਖ 'ਚ ਨਜ਼ਰ ਆਏ ਨੇ। ਪਿਛਲੇ ਲੰਮੇ ਸਮੇਂ ਤੋਂ ਜਦੋਂ ਅਸੀਂ ਉਹਨਾਂ ਦੇ ਟਵੀਟ ਦੇਖ ਰਹੇ ਹਾਂ, ਉਹਨਾਂ ਦੀਆਂ ਬਿਆਨਬਾਜ਼ੀਆਂ ਦੇਖ ਰਹੇ ਹਾਂ, ਤਾਂ ਸਾਨੂੰ ਇਹੀ ਪਤਾ ਲੱਗਦਾ ਹੈ ਕਿ ਕੈਪਟਨ ਸਾਹਿਬ ਦਾ ਜਿਹੜਾ ਧਿਆਨ ਹੈ ਉਹ ਪੰਜਾਬ ਦੇ ਬੁਨਿਆਦੀ ਮੁੱਦਿਆਂ ਵੱਲ ਨਹੀਂ ਹੈ। ਸਵਾਲ ਤਾਂ ਇਹੀ ਹੈ ਕਿ ਅੱਜ ਪੰਜਾਬ ਦੇ ਲੋਕ ਉਹਨਾਂ ਤੋਂ ਪੁੱਛਣਾ ਚਾਹੁੰਦੇ ਨੇ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਦੇ, ਉਹਨਾਂ ਬਾਰੇ ਟਵੀਟ ਕਿਉਂ ਨਹੀਂ ਕਰਦੇ? ਜਿਹੜੇ ਤੁਸੀਂ ਕਿਸਾਨਾਂ ਦੀ ਨੂੰ ਕਿਹਾ ਸੀਗਾ ਕਿ ਅਸੀਂ ਤੁਹਾਡਾ ਹਰ ਤਰ੍ਹਾਂ ਦਾ ਕਰਜ਼ਾ ਮਾਫ ਕਰਾਂਗੇ, ਉਹ ਕਰਜ਼ਾ ਮਾਫ ਹੋਇਆ ਜਾਂ ਨਹੀਂ ਹੋਇਆ, ਉਹਦੇ ਬਾਰੇ ਟਵੀਟ ਕਿਉਂ ਨਹੀਂ ਕਰਦੇ? ਜਾਂ ਹੋਰ ਜਿਹੜੇ ਵੱਡੇ ਮਸਲੇ ਤੁਸੀਂ ਲੋਕਾਂ ਦੇ ਨਾਲ ਵੱਡੇ ਵਾਅਦੇ ਜਿਹੜੇ ਸੀਗੇ ਉਹ ਕੀਤੇ ਸੀਗੇ, ਔਰ ਉਹਨਾਂ ਬਾਰੇ ਤੁਹਾਡੇ ਬਿਆਨ ਕਿਉਂ ਨਹੀਂ ਆਉਂਦੇ? ਤੁਹਾਡੇ ਬਿਆਨ ਸਿਰਫ ਇਸ ਲਈ ਕਿਉਂ ਆਉਂਦੇ ਨੇ ਕਿ BS ਜਿਹੜੀ ਹੈਗੀ ਹੈ ਉਹ 50 ਕਿਲੋਮੀਟਰ ਆ ਗਈ ਔਰ ਇਹ ਬਹੁਤ ਵਧੀਆ ਹੈ? ਸਵਾਲ ਤੁਸੀਂ ਇਹ ਕਿਉਂ ਨਹੀਂ ਉਠਾਉਂਦੇ ਕਿ ਜੇਕਰ ਕੇਂਦਰ ਸਰਕਾਰ ਇੰਨੀ ਸੀਰੀਅਸ ਹੈ ਤਾਂ ਉਸਨੇ ਜਿਹੜਾ ਹੈਗਾ ਬਾਕੀ ਸੂਬਿਆਂ ਦੇ ਵਿੱਚ, ਖਾਸ ਤੌਰ ਤੇ ਗੁਜਰਾਤ ਦੇ ਵਿੱਚ, ਇਹ ਜਿਹੜਾ ਦਾਇਰਾ ਕਿਉਂ ਘਟਾਇਆ BSF ਦਾ? ਸਿਰਫ ਬੰਗਾਲ ਦੇ ਵਿੱਚ ਹੀ ਕਿਉਂ ਵਧਾਤਾ? ਸੋ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਜਿਹੜੀ ਕੇਂਦਰ ਸਰਕਾਰ ਹੈ ਉਹ BSF ਦੇ ਮੁੱਦੇ ਉੱਤੇ ਰਾਜਨੀਤੀ ਕਰਦੀ ਨਜ਼ਰ ਆ ਰਹੀ ਹੈ ਔਰ ਕੈਪਟਨ ਸਾਹਿਬ ਉਹਨਾਂ ਦੀ ਪੈਰ ਦੇ ਵਿੱਚ ਪੈਰ ਰੱਖਦੇ ਨਜ਼ਰ ਆ ਰਹੇ ਨੇ। ਸੋ ਬੁਨਿਆਦੀ ਸਵਾਲ ਇਸ ਵੇਲੇ ਮਾਨ ਸਾਹਿਬ ਇਹੀ ਲੋਕ ਪੁੱਛ ਰਹੇ ਨੇ ਕਿ ਤੁਸੀਂ ਲੋਕਾਂ ਨੂੰ ਡਰਾ ਕੇ, ਕਿਉਂਕਿ ਹੁਣ 22 ਦੀਆਂ ਚੋਣਾਂ ਨੇ, ਤੁਸੀਂ ਇਹ ਕਹਿਣਾ ਦੱਸਣਾ ਚਾਹੁੰਦੇ ਹੋ ਕਿ ਇੱਥੇ ਬੜਾ ਖਤਰਾ ਹੈ ਕਿਉਂਕਿ ਹੁਣ ਚੋਣਾਂ ਨੇੜੇ ਆ ਰਹੀਆਂ ਨੇ। ਪਹਿਲਾਂ ਤੁਸੀਂ ਜਿਹੜੇ 4.5 ਸਾਲ ਤੁਹਾਡੇ ਰਹੇ ਨੇ, ਉਦੋਂ ਇਦਾਂ ਦੇ ਬਿਆਨ ਤੁਸੀਂ ਕਿਉਂ ਨਹੀਂ ਸੀ ਦਿੰਦੇ? ਉਦੋਂ ਇਦਾਂ ਦੇ ਬਿਆਨ ਤੁਸੀਂ ਕਿਉਂ ਨਹੀਂ ਸੀ ਦੱਸਦੇ ਜਦੋਂ ਤੁਹਾਡੀ ਜ਼ਿੰਮੇਵਾਰੀ ਬਣਦੀ ਸੀਗੀ? ਤੁਸੀਂ ਉਦੋਂ ਗ੍ਰਹਿ ਮੰਤਰੀ ਸੀਗੇ ਪੰਜਾਬ ਦੇ। ਸੋ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਸਿਰਫ ਘਰੇ ਬੈਠੇ ਬੈਠੇ ਸਿਆਸਤ ਕਰਨੀ ਚਾਹੁੰਦੇ ਨੇ, ਲੋਕਾਂ ਦੇ ਵਿੱਚ ਵਿਚਰਨਾ ਨਹੀਂ ਚਾਹੁੰਦੇ। ਲੋਕਾਂ ਦੀਆਂ ਜੋ ਸਮੱਸਿਆਵਾਂ ਨੇ ਇਸ ਵੇਲੇ, ਹਰ ਤਰ੍ਹਾਂ ਦੇ ਲੋਕ ਜਿਹੜੇ ਨੇ, ਚਾਹੇ ਉਹ ਕਰਮਚਾਰੀ ਹੋਣ, ਚਾਹੇ ਨੌਜਵਾਨ ਹੋਣ ਸਾਡੇ, ਚਾਹੇ ਕਿਸਾਨ ਹੋਣ, ਉਹ ਸੜਕਾਂ ਤੇ ਬੈਠੇ ਨੇ, ਆਪਾਂ ਸਾਰੇ ਜਾਣਦੇ ਹਾਂ। ਉਹਨਾਂ ਦਾ ਦਰਦ ਕਿਉਂ ਨਹੀਂ ਝਲਕਦਾ ਕੈਪਟਨ ਸਾਹਿਬ ਦੇ ਟਵੀਟਾਂ ਦੇ ਵਿੱਚੋਂ? ਸੋ ਗੱਲ, ਸਵਾਲ ਇਹੀ ਹੈ ਕਿ ਕੈਪਟਨ ਸਾਹਿਬ 4.5 ਸਾਲ ਮੁੱਖ ਮੰਤਰੀ ਰਹੇ ਨੇ ਔਰ 4.5 ਸਾਲਾਂ ਦੇ ਵਿੱਚ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਉਹਦਾ ਰਿਪੋਰਟ ਕਾਰਡ ਕਿਉਂ ਨਹੀਂ ਦਿੰਦੇ ਉਹ? ਸੋ ਸਿਰਫ ਤੇ ਸਿਰਫ ਲੋਕਾਂ ਨੂੰ ਡਰਾ ਕੇ, ਧਮਕਾ ਕੇ ਇਦਾਂ ਦੀ ਜਿਹੜੀ ਹੈਗੀ ਆ ਸਿਆਸਤ ਕਰਨ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਪਟਨ ਸਾਹਿਬ ਵੱਲੋਂ, ਜਿਹੜੀ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਪੱਖ ਦੇ ਵਿੱਚ ਨਹੀਂ ਹੈ, ਪੰਜਾਬੀਆਂ ਦੇ ਪੱਖ ਦੇ ਵਿੱਚ ਨਹੀਂ ਹੈ, ਸਗੋਂ ਉਹ BJP ਦੇ ਪੱਖ ਵਿੱਚ ਨਜ਼ਰ ਆ ਰਹੀ ਹੈ ਮਾਨ ਸਾਹਿਬ। ਸੋ ਬਿਲਕੁਲ ਜੀ, ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ 4.5 ਸਾਲ ਕੋਈ ਕੰਮ ਨਹੀਂ ਕੀਤਾ, ਹੁਣ ਪੰਜਾਬ ਤੋਂ ਅਲੱਗ ਹੋਣ ਦੀ ਕੋਸ਼ਿਸ਼ ਕਰ ਰਹੇ ਤੇ ਪੰਜਾਬ ਦੇ, ਖਾਸ ਤੌਰ ਤੇ ਕਾਂਗਰਸ ਸਰਕਾਰ ਦੇ ਅਗੇਂਸਟ ਜਿੰਨੇ ਵੀ ਫੈਸਲੇ ਆਉਂਦੇ ਨੇ, ਕਾਂਗਰਸ ਸਰਕਾਰ ਦੇ ਉਹਦੇ ਅਗੇਂਸਟ ਬੋਲਣ ਦੀ ਕੋਸ਼ਿਸ਼ ਕਰਦੇ ਨੇ, ਭਾਜਪਾ ਦੀ ਬੋਲੀ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਹੈ। ਸੋ ਹੁਣ ਆਪਾਂ ਅਗਲੀ ਖਬਰ ਵੱਲ ਬਲੀਏ ਜੀ, ਗੱਲ ਕਰੀਏ ਇੱਕ ਵੱਡਾ ਝਟਕਾ ਜੋ ਕੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੱਗਿਆ। ਉਹਨਾਂ ਦੇ ਵੱਲੋਂ ਸੋਨੀਆ ਮਾਨ ਨੂੰ, ਜਿਹੜੇ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ, ਮੋਹਰੀ ਆਗੂ ਵਾਂਗ ਉੱਥੇ ਵਿਚਾਰਾਂ ਕਰਦੇ ਨੇ, ਦਿੱਲੀ ਮੋਰਚੇ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵੱਲੋਂ ਇੱਕ ਐਲਾਨ ਆਇਆ ਸੀ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ, ਭਾਵੇਂ ਕਿ ਉਹਨਾਂ ਦਾ ਆਪਣਾ ਬਿਆਨ ਨਹੀਂ ਸੀ, ਸ਼੍ਰੋਮਣੀ ਅਕਾਲੀ ਦਲ ਦਾ ਬਿਆਨ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੀਆ ਮਾਨ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰਨਗੇ, ਉਹਨਾਂ ਦੇ ਸੰਭਾਵੀ ਉਮੀਦਵਾਰ ਹੋਣਗੇ 2022 ਦੇ ਚੋਣਾਂ ਦੇ ਵਿੱਚ। ਲੇਕਿਨ ਇਹ ਚਰਚਾਵਾਂ ਦੇ ਸ਼ੁਰੂ ਹੁੰਦੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾਣ ਲੱਗਿਆ ਸੋਨੀਆ ਮਾਨ ਦਾ। ਸੋ ਇਸ ਵਿਰੋਧ ਤੋਂ ਡਰਦੇ ਹੋਏ, ਯੂ ਟਰਨ ਲੈਂਦੇ ਹੋਏ, ਸੋਨੀਆ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਜੋ ਚਰਚਾਵਾਂ ਸੀ ਉਹਨਾਂ ਨੂੰ ਮੁੱਢ ਤੋਂ ਖਾਰਜ ਕਰ ਦਿੱਤਾ। ਹਾਲਾਂਕਿ ਕੱਲ ਚੰਡੀਗੜ੍ਹ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫ਼ਤਰ ਹੈ, ਉੱਥੇ ਬਿਲਕੁਲ ਪ੍ਰੋਗਰਾਮ ਤਿਆਰ ਸੀ ਜਿੱਥੇ ਸੋਨੀਆ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਕਰਨਾ ਸੀ ਤੇ ਸਵੇਰੇ ਉਹਨਾਂ ਦੀ ਸਿੰਘ ਬਾਦਲ ਦੇ ਨਾਲ ਮੁਲਾਕਾਤ ਵੀ ਹੋਈ ਸੀ। ਕਿਸ ਤਰ੍ਹਾਂ ਦੇਖ ਰਹੇ ਹੋ ਪੂਰੇ ਘਟਨਾਕ੍ਰਮ ਨੂੰ, ਜਦੋਂ ਕਿ ਸੋਨੀਆ ਮਾਨ ਬਿਲਕੁਲ ਤਿਆਰ ਸੀ, ਸੁਖਬੀਰ ਬਾਦਲ ਤਿਆਰ ਸੀ ਤੇ ਸ਼੍ਰੋਮਣੀ ਅਕਾਲੀ ਦਲ ਤਿਆਰ ਸੀ ਸੋਨੀਆ ਮਾਨ ਦਾ ਜੀ ਆਇਆਂ ਕਹਿਣ ਲਈ, ਲੇਕਿਨ
ਐਨ ਮੌਕੇ ਤੇ ਉਹਨਾਂ ਨੇ ਆਪਣਾ ਫੈਸਲਾ ਰੱਦ ਕਰ ਦਿੱਤਾ ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ। ਕਿਸ ਤਰ੍ਹਾਂ ਦੇਖ ਰਹੇ ਹੋ 2022 ਦੇ ਕਿਹੋ ਜਿਹਾ ਰੋਲ ਲੈਣ ਵਾਲਾ ਕਿਸਾਨ ਜਥੇਬੰਦੀਆਂ ਦਾ ਤੇ ਕਿੰਨਾ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਕੱਲ ਮਿਲਿਆ ਜਦੋਂ ਕਿ ਉਹ ਇੱਕ ਵੱਡਾ ਚਿਹਰਾ ਆਪਣੇ ਵਿੱਚ ਸ਼ਾਮਿਲ ਕਰਨ ਲੱਗੀ ਸੀ, ਲੇਕਿਨ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਇਸ ਤੋਂ ਸੱਖਣੇ ਰਹਿ ਗਏ। ਕਿਵੇਂ ਦੇਖ ਰਹੇ ਹੋ ਪੂਰੇ ਘਟਨਾਕ੍ਰਮ? ਮਾਨ ਸਾਹਿਬ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਲੋਕਤੰਤਰ ਹੈ ਇਹ ਭਾਰਤੀ। ਆਪਾਂ ਲੋਕਤੰਤਰ ਦੀ ਜਦੋਂ ਗੱਲ ਕਰਦੇ ਹਾਂ ਤਾਂ ਹਰ ਬੰਦੇ ਨੂੰ ਹੱਕ ਹੈ ਕਿ ਉਹ ਕਿਸੇ ਵੀ ਪਾਰਟੀ ਦੇ ਵਿੱਚ ਜਾ ਸਕਦਾ ਹੈ, ਨਵੀਂ ਪਾਰਟੀ ਬਣਾ ਸਕਦਾ ਹੈ, ਕੋਈ ਪਾਰਟੀ ਛੱਡ ਸਕਦਾ ਹੈ। ਇਹਦੇ ਲਈ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੇ ਆਪਾਂ ਕਿਸੇ ਨੂੰ ਕਿਸੇ ਦੇ ਉੱਤੇ ਦਬਾਅ ਨਹੀਂ ਪਾ ਸਕਦੇ। ਔਰ ਜਿੱਥੋਂ ਤੱਕ ਸੋਨੀਆ ਮਾਨ ਜੀ ਦੀ ਗੱਲ ਹੈ, ਸੋਨੀਆ ਮਾਨ ਇੱਕ ਐਸੇ ਲੀਡਰ ਉੱਭਰ ਕੇ ਪਿਛਲੇ ਦਿਨਾਂ ਦੇ ਵਿੱਚ 1 ਸਾਲ ਤੋਂ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਤਾਂ ਉਹ ਇੱਕ ਵੱਡੇ ਲੀਡਰ ਦੇ ਤੌਰ ਤੇ ਸਾਹਮਣੇ ਆਏ ਸੀਗੇ ਕਿਸਾਨਾਂ ਦੇ ਵਿੱਚ, ਖਾਸ ਤੌਰ ਤੇ ਨੌਜਵਾਨਾਂ ਦੇ ਵਿੱਚ ਉਹਨਾਂ ਦਾ ਕਾਫੀ ਵੱਡਾ ਜਿਹੜਾ ਸੀਗਾ ਰੋਲ ਰਿਹਾ ਔਰ ਨੌਜਵਾਨ ਉਹਨਾਂ ਨੂੰ ਪਸੰਦ ਕਰਦੇ ਸੀਗੇ ਔਰ ਇੱਕ ਵਧੀਆ ਲੀਡਰ ਦੇ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਸੀਗਾ। ਪਰ ਅਚਾਨਕ ਜਦੋਂ ਅਸੀਂ ਦੇਖਿਆ ਕਿ ਉਹਨਾਂ ਨੇ ਕਦੇ ਉਹ ਆਮ ਆਦਮੀ ਪਾਰਟੀ ਦੇ ਵਿੱਚ, ਕਦੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਵਿੱਚ, ਇਦਾਂ ਦੇ ਜਦੋਂ ਗੱਲਾਂ ਸਾਹਮਣੇ ਆਈਆਂ ਤਾਂ ਲਾਜ਼ਮੀ ਤੌਰ ਤੇ ਸਵਾਲ ਜਿਹੜੇ ਉੱਠੇ ਉਹ ਬਹੁਤ ਵੱਡੇ ਸਵਾਲ ਉਹਨਾਂ ਦੇ ਕੈਰੀਅਰ ਦੇ ਉੱਤੇ ਉੱਠਣੇ ਸ਼ੁਰੂ ਹੋਏ। ਔਰ ਲੋਕਾਂ ਨੇ ਹੀ ਕਿਹਾ, ਖਾਸ ਤੌਰ ਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਨੁਮਾਇੰਦਿਆਂ ਨੇ, ਵੱਖ-ਵੱਖ ਵਲੰਟੀਅਰਾਂ ਨੇ ਇਹੀ ਗੱਲ ਸਾਹਮਣੇ ਰੱਖੀ ਕਿ ਜੇਕਰ ਤੁਸੀਂ ਅਕਾਲੀ ਦਲ ਦੇ ਨਾਲ ਜਾਣਾ ਸੀਗਾ ਤਾਂ ਫਿਰ 1 ਸਾਲ ਤੋਂ ਤੁਸੀਂ ਕਿਸਾਨਾਂ ਦਾ ਮੁਖੌਟਾ ਪਾ ਕੇ ਕਿਸਾਨੀ ਅੰਦੋਲਨ ਦੇ ਵਿੱਚ ਕਿਉਂ ਆਏ? ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਔਰ ਕਿਸਾਨ ਜਥੇਬੰਦੀਆਂ ਨੇ ਬਕਾਇਦਾ ਤੌਰ ਤੇ ਕਿਹਾ ਹੈ ਕਿ ਸਾਡਾ ਪੋਲੀਟੀਕਲ ਜਥੇਬੰਦੀਆਂ ਦੇ ਨਾਲ ਕੋਈ ਮੇਲ ਜੋਲ ਨਹੀਂ ਹੈ, ਅਸੀਂ ਉਹਨਾਂ ਨੂੰ ਆਪਣੇ ਸਟੇਜਾਂ ਦੇ ਉੱਤੇ ਨਹੀਂ ਚੜ੍ਹਨ ਦੇਵਾਂਗੇ। ਸੋ ਇਸ ਕਰਕੇ ਇਹ ਸੋਨੀਆ ਮਾਨ ਜੀ ਨੂੰ ਵੀ ਸਮਝਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਪਿਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਔਰ ਉਹਨਾਂ ਦੇ ਬਾਰੇ ਅਸੀਂ ਜਾਣਦੇ ਹਾਂ ਕਿ ਉਹਨਾਂ ਦੇ ਪਿਤਾ ਨੇ ਕਿਸਾਨਾਂ ਦੇ ਲਈ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਹੈ, ਆਪਣੀ ਜਾਨ ਹਥੇਲੀ ਤੇ ਰੱਖ ਕੇ ਉਹਨਾਂ ਨੇ ਸੰਘਰਸ਼ ਲੜੇ ਨੇ ਔਰ ਅਖੀਰ ਨੂੰ ਬਹੁਤ ਛੋਟੇ ਸੀ ਸੋਨੀਆ ਮਾਨ ਜਦੋਂ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦੇ ਪਿਤਾ ਜੀ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਉਸ ਵਿਰਾਸਤ ਨੂੰ ਜ਼ਿੰਦਾ ਰੱਖਣਾ ਚਾਹੀਦਾ, ਉਸ ਵਿਰਾਸਤ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਸੀਗਾ। ਪਰ ਸੋਨੀਆ ਮਾਨ ਜੀ ਨੇ ਜਦੋਂ ਫੈਸਲਾ ਕੀਤਾ ਹੋਏਗਾ, ਕਿਉਂਕਿ ਕਿਤੇ ਨਾ ਕਿਤੇ ਦੇਖੋ ਇਹ ਕਾਰਨ ਤਾਂ ਜ਼ਰੂਰ ਹੋ ਸਕਦਾ ਹੈ, ਐਵੇਂ ਤਾਂ ਗੱਲ ਫੈਲਾਈ ਨਹੀਂ ਜਾ ਸਕਦੀ ਕਿ ਸੋਨੀਆ ਜੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸੋ ਕੋਈ ਨਾ ਕੋਈ ਕਾਰਨ ਜਿਹੜਾ ਹੈਗਾ ਜ਼ਰੂਰ ਹੋਇਆ ਹੋਏਗਾ। ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਸੋਨੀਆ ਮਾਨ ਜੀ ਨੂੰ ਕਿਸਾਨਾਂ ਦੇ ਨਾਲ ਤਨਦੇਹੀ ਦੇ ਨਾਲ, ਇਮਾਨਦਾਰੀ ਦੇ ਨਾਲ ਜਿਹੜਾ ਹੈਗਾ ਲੱਗਣਾ ਚਾਹੀਦਾ ਔਰ ਪਿਛਲੇ ਲੰਮੇ ਸਮੇਂ ਤੋਂ ਉਹ ਕੰਮ ਕਰ ਵੀ ਰਹੇ ਨੇ ਕਿਸਾਨਾਂ ਦੇ ਵਿੱਚ ਔਰ ਉਸ ਕੰਮ ਨੂੰ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ। ਔਰ ਪੋਲੀਟੀਕਲ ਪਾਰਟੀਆਂ ਦਾ ਆਪਾਂ ਨੂੰ ਪਤਾ ਹੈ ਕਿ ਪੋਲੀਟੀਕਲ ਪਾਰਟੀਆਂ ਦਾ ਜੋ ਏਜੰਡਾ ਹੈ ਉਹ ਸਿਰਫ 22 ਦੀਆਂ ਚੋਣਾਂ ਨੂੰ ਲੈ ਕੇ ਹੈ। ਸੋ ਇਸ ਕਰਕੇ ਕਿਸਾਨਾਂ ਦੇ ਨਾਲ ਖੜਨ ਦੀ ਲੋੜ ਹੈ, ਕਿਸਾਨਾਂ ਨੂੰ ਤੁਹਾਡੀ ਲੋੜ ਹੈ ਔਰ ਕਿਸਾਨ ਵੀ ਇਹ ਮਹਿਸੂਸ ਕਰਦੇ ਨੇ, ਕਿਸਾਨ ਜਥੇਬੰਦੀਆਂ ਵੀ ਇਹ ਮਹਿਸੂਸ ਕਰਦੀਆਂ ਨੇ ਕਿ ਸਾਡੇ ਵਿੱਚੋਂ ਜੇਕਰ ਕੋਈ ਲੀਡਰਸ਼ਿਪ ਦੂਜੀਆਂ ਸਿਆਸੀ ਪਾਰਟੀਆਂ ਦੇ ਵਿੱਚ ਜਾਂਦਾ ਹੈ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਦੇ ਨਾਲ ਗਦਾਰੀ ਹੁੰਦੀ ਹੈ, ਉਹਨਾਂ ਦੇ ਨਾਲ ਧੋਖਾ ਹੁੰਦਾ ਹੈ। ਸੋ ਇਸ ਕਰਕੇ ਇਸ ਧੋਖੇ ਤੋਂ ਬਚਣਾ ਚਾਹੀਦਾ ਹੈ, ਇਸ ਗਦਾਰੀ ਤੋਂ ਬਚਣਾ ਚਾਹੀਦਾ ਹੈ। ਸੋਨੀਆ ਜੀ ਨੂੰ ਕਿਸਾਨਾਂ ਦੇ ਵਿੱਚ ਰਹਿ ਕੇ, ਕਿਉਂਕਿ ਉਹਨਾਂ ਦਾ ਕੱਦ ਜਿਹੜਾ ਹੈਗਾ ਉੱਚਾ ਜੇ ਹੋਇਆ ਹੈ ਪਿਛਲੇ 1 ਸਾਲ ਤੋਂ, ਤਾਂ ਉਹ ਕਿਸਾਨਾਂ ਦੇ ਨਾਲ ਰਹਿ ਕੇ ਹੋਇਆ, ਕਿਸਾਨਾਂ ਦੇ ਮੁੱਦੇ ਉਠਾਉਣ ਕਰਕੇ ਹੋਇਆ। ਸੋ ਇਸ ਨੂੰ ਖਤਮ ਨਹੀਂ ਕਰਨਾ ਚਾਹੀਦਾ ਔਰ ਪੋਲੀਟੀਕਲ ਪਾਰਟੀਆਂ ਤੋਂ ਬਚਣ ਦੀ ਲੋੜ ਹੈ ਔਰ ਸਿਰਫ ਤੇ ਸਿਰਫ ਇਹ 3 ਕਾਲੇ ਕਾਨੂੰਨਾਂ ਦੇ ਉੱਤੇ ਲੜਨ ਦੀ ਲੋੜ ਹੈ। ਔਰ ਇਹੀ ਮੈਨੂੰ ਲੱਗਦਾ ਹੈ ਕਿ ਅੱਜ ਸਮੇਂ ਦੀ ਲੋੜ ਹੈ। ਉਹਨਾਂ ਦੇ ਨਾਲ ਬਹੁਤ ਸਾਰੇ ਨੌਜਵਾਨ ਲੱਗੇ ਹੋਏ ਨੇ, ਬਹੁਤ ਸਾਰੇ ਪੰਜਾਬ ਦੇ, ਪੂਰੇ ਭਾਰਤ ਦੇ ਜਿਹੜੇ ਪਰਿਵਾਰ ਨੇ ਉਹ ਉਹਨਾਂ ਵੱਲ ਵੇਖ ਰਹੇ ਨੇ ਔਰ ਜਦੋਂ ਉਹ ਇਦਾਂ ਦੇ ਸਟੈਪ ਲੈਂਦੇ ਨੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੇ ਦਿਲ ਦੁਖਦੇ ਨੇ। ਸੋ ਮੈਂ ਹੀ ਬੇਨਤੀ ਕਰਾਂਗਾ ਸੋਨੀਆ ਮਾਨ ਜੀ ਨੂੰ ਕਿ ਉਹਨਾਂ ਨੂੰ ਪੰਜਾਬ ਦੇ ਜਾਂ ਪੂਰੇ ਹਿੰਦੁਸਤਾਨ ਦੇ ਆਮ ਲੋਕਾਂ ਦੇ ਦਿਲ ਜਿਹੜੇ ਨੇ ਉਹ ਨਹੀਂ ਦਿਖਾਉਣੇ ਚਾਹੀਦੇ, ਸਗੋਂ ਦਿਲ ਜਿੱਤਣੇ ਚਾਹੀਦੇ ਨੇ ਉਹਨਾਂ ਨੂੰ। ਔਰ ਦਿਲ ਤਾਂ ਹੀ ਜਿੱਤੇ ਜਾ ਸਕਦੇ ਆ ਜੇਕਰ ਸੋਨੀਆ ਮਾਨ ਜੀ ਆਪਣੀ ਤਨਦੇਹੀ ਦੇ ਨਾਲ, ਆਪਣੀ ਇਮਾਨਦਾਰੀ ਦੇ ਨਾਲ ਇਸ ਮੋਰਚੇ ਦੇ ਵਿੱਚ ਡਟੇ ਰਹਿਣਗੇ। ਮਾਨ ਸਾਹਿਬ ਸੋ ਡਾਕਟਰ ਸਾਹਿਬ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਨੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਖੂਬਸੂਰਤ ਐਨਾਲਿਸਿਸ ਕੀਤਾ ਹੈ। ਸਾਨੂੰ ਉਮੀਦ ਹੈ ਸਾਡੇ ਦਰਸ਼ਕਾਂ ਨੂੰ ਡਾਕਟਰ ਸਾਹਿਬ ਦੁਆਰਾ ਕੀਤੀ ਹੋਈ ਚਰਚਾ ਜ਼ਰੂਰ ਪਸੰਦ ਆਏਗੀ। ਤੁਹਾਨੂੰ ਇਹ ਚਰਚਾ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।
ਅਗਲੇ ਇੱਕ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਕੁਝ ਅਹਿਮ ਖਬਰਾਂ ਦੇ ਉੱਪਰ ਐਨਾਲਿਸਿਸ ਕਰਨ ਲਈ ਜੁੜਾਂਗੇ ਤੁਹਾਡੇ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।